ਫਰਮਾਇਆ ਜੀ ਕਿ ਹੱਡੀਆਂ ਵੱਧਦੀਆਂ ਪਈਆਂ ਤੇ ਹੱਡੀਆਂ ਦੇ ਵਿੱਚੋਂ ਜਿਹੜਾ ਗੁੱਦਾ ਜਿਹੜਾ ਮਵਾਦ ਆ ਉਹ ਖਤਮ ਹੋ ਗਿਆ, ਉਹਦੀ ਬਣਾ 'ਤੇ ਹੱਡੀਆਂ ਵੱਧਦੀਆਂ ਪਈਆਂ। ਗੁੱਦਾ ਤਾਂ ਠੀਕ ਹੈ ਖਤਮ ਹੋ ਗਿਆ, ਘਟ ਗਿਆ, ਉਹਦੀ ਬਣਾ 'ਤੇ ਹੱਡੀ ਕਿਵੇਂ ਵੱਧ ਸਕਦੀ? ਚੌਥਾ ਪੰਜਵਾਂ ਮੋਢਾ ਸੀ ਪੁੱਤਰ ਨੂੰ ਮੋੜੀ, ਚੌਥਾ ਪੰਜਵਾਂ ਮੋਢਾ ਖਾਸ ਮੋੜੀ। ਹੱਡੀ ਨੂੰ ਖੁਰਾਕ ਬੇਟੇ ਜਿਹੜੀ ਮਿਲਦੀ ਹੈ ਨਾ, ਹੱਡੀ ਦੇ ਉੱਤੇ ਇੱਕ ਝਿੱਲੀ ਹੁੰਦੀ ਹੈ, ਉਹਦੇ ਨਾਲ ਅਹਿਸਾਸ ਹੁੰਦਾ ਹੱਡੀ ਨੂੰ। ਉਹ ਝਿੱਲੀ ਕੱਢੀ ਜਾ ਰਹੀ ਨੂੰ ਅਹਿਸਾਸ ਵੀ ਕੋਈ ਨਹੀਂ। ਅਹਿਸਾਸ ਕਰਨਾ ਅਸਬ ਨੇ, ਅਸਾਬ 'ਚ ਹਿੱਸੇ ਦਰਦ ਜਿਹੜੀ ਹੋਣੀ ਹੈ ਨਾ, ਉਹ ਝਿੱਲੀ ਨਾਲ ਹੋਣੀ, ਅਸਬ ਵਾਲੀ ਝਿੱਲੀ ਨਾਲ। ਉਹਦੇ ਉੱਤੇ ਇੱਕ ਝਿੱਲੀ ਲਿੰਪੀ ਹੁੰਦੀ ਹੈ, ਉਹਦੇ 'ਚੋਂ ਗਲੈਂਡਸ ਵੀ ਨੇ, ਉਹਦੇ 'ਚੋਂ ਅਸਾਬ ਵੀ ਨੇ, ਉਹਦੇ 'ਚ ਮਸਕੂਲਰ ਟਿਸ਼ੂ ਵੀ ਨੇ। ਹੱਡੀ ਖੁਦ ਕਨੈਕਟਿਵ ਟਿਸ਼ੂ ਹੈ, ਕਨੈਕਟਿਵ ਟਿਸ਼ੂ ਜਾਂ ਸਮਝਦੇ ਪਏ ਨਾ, ਨੇ ਅਲਹਾਕੀ ਬਾਫ ਦੀ ਜੁੜੀ ਹੋਈ ਹੈ। ਅਤੇ ਉਹ ਹੱਡੀ ਦੇ ਵਿੱਚ ਉਹ ਝਿੱਲੀ ਜਿਹੜੀ ਹੈ, ਝਿੱਲੀ ਦੇ ਵਿੱਚ ਜਾਨ ਹੈ ਅਤੇ ਹੱਡੀ ਨੂੰ ਮਿਲਣੀ ਹੈ। ਅੰਦਰ ਗੂਦਾ ਖ਼ਤਮ ਨਹੀਂ ਹੁੰਦਾ, ਲੇਕਿਨ ਉਹਦੇ 'ਚ ਜਿਹੜੀ ਰੋਹ ਰਮਕ ਹੈਗੀ ਉਹਦੇ 'ਚੋਂ ਪੂਰੀ ਗਜ਼ਾਈਅਤ ਨਹੀਂ ਜਾਂਦੀ ਇੱਕ। ਅਤੇ ਫਿਰ ਤੁਹਾਡੇ ਜਿੰਨੇ ਬਲੱਡ ਸੈੱਲ ਨੇ ਨਾ, ਉੱਥੋਂ ਤਹਿਰੀਕ ਮਿਲਦੀ ਹੈ। ਹੱਡੀਆਂ ਦੇ ਗੂਦੇ ਵਿੱਚੋਂ ਉਹਨਾਂ ਨੂੰ ਰੈੱਡ ਬਲੱਡ ਸੈੱਲ ਨੂੰ, ਵਾਈਟ ਬਲੱਡ ਸੈੱਲ ਨੂੰ ਜਾਂ ਖੂਨ ਨੂੰ ਬਣਨ ਦੀ ਤਹਿਰੀਕ ਜਿਹੜੀ ਹੈ ਨਾ, ਅੱਲਾ ਨੇ ਇੱਕ ਮਰਬੂਤ ਨਿਜ਼ਾਮ ਰੱਖਿਆ ਹੈ। ਹਾਲਾਂਕਿ ਜਿਗਰ 'ਚ ਬਣਦਾ ਨਾ ਖੂਨ, ਲੇਕਿਨ ਇਹਦਾ ਸਿਸਟਮ ਦੂਸਰੇ ਪਾਸੇ ਵੀ ਇਹ ਨਹੀਂ ਕਿ ਇੱਥੇ ਇਕੱਲਾ ਹੀ ਹੈਗਾ, ਪੂਰਾ ਨਿਜ਼ਾਮ ਰਬਤ ਹੈਗਾ। ਉਹਨੂੰ ਥੱਲੇ ਲੱਤਾਂ ਕੱਟੀਆਂ ਵੀ ਜਾਣ ਹਾਂ ਫਿਰ ਵੀ ਬਣਦਾ ਨਾ। ਉਹ ਰੀੜ੍ਹ ਦੀ ਹੱਡੀ ਜਾਂ ਦੂਸਰੇ ਤੁਹਾਡੇ ਹੱਡੀਆਂ ਨੇ ਸਾਰੀਆਂ, ਉਹਨਾਂ ਦਾ ਇੱਕ ਰਬਤ ਹੈ। ਦਿਮਾਗ ਵੀ ਹੈ ਨਾ, ਦਿਮਾਗ ਦਾ ਵਿੱਚ ਹਿੱਸਾ ਵੀ, ਅਤੇ ਇਹ ਮਗਜ਼ ਵੀ ਹੱਡੀ 'ਚ ਭਰਿਆ ਹੈ ਨਾ, ਅਤੇ ਦੂਸਰੀਆਂ ਹੱਡੀਆਂ 'ਚ ਵੀ ਇਸੇ ਦਿਮਾਗ ਦੇ ਨਾਲ ਅਸਬ ਜਾਂਦੇ ਪਏ ਨੇ। ਯਾਨੀ ਇਹਦਾ ਇੱਕ ਪੂਰਾ ਰਬਤ ਜਾਲ ਹੈਗਾ, ਇਕੱਲਾ ਨਹੀਂ ਹੈਗਾ। ਹੁਣ ਹੱਡੀ ਕਿਵੇਂ ਵੱਧਦੀ ਹੈ? ਹੱਡੀ ਦੀ ਗਜ਼ਾਈਅਤ ਉੱਥੇ ਕਨੈਕਟਿਵ ਟਿਸ਼ੂ ਜ਼ਿਆਦਾ ਜਾਂਦੇ ਪਏ ਨੇ, ਉਹਦੇ 'ਚ ਖੁਸ਼ਕੀ ਜ਼ਿਆਦਾ ਵੱਧਦੀ ਪਈ ਹੈ। ਵੱਧਦੇ ਨਹੀਂ ਪਏ, ਅਸੀਂ ਉਹਨੂੰ ਕਿਹਾ ਸੀ ਵੱਧਦੇ ਨਹੀਂ ਪਏ ਤੇਰੇ ਖੁਸ਼ਕੀ ਗਾਲਬ ਹੋ ਕੇ ਹੱਡੀ ਜਿਹੜੀ ਟੇਢੀ ਹੋਣ ਦੀ ਆਉਂਦੀ ਪਈ ਹੈ। ਉਹਦੇ 'ਚ ਜਿਹੜੀ ਗਜ਼ਾਈਅਤ ਉਹਨੂੰ ਨਰਮ ਰੱਖਦੀ, ਲਚਕ ਪੈਦਾ ਕਰਦੀ ਹੈ, ਉਹ ਪੈਦਾ ਨਹੀਂ ਹੋ ਪਾ ਰਹੀ ਜਿੰਨੀ ਹੋਣੀ ਚਾਹੀਦੀ ਹੈ। ਉਹਦੇ 'ਚ ਘਟ ਜਾਂਦੀ ਪਈ ਹੈ। ਜੇ ਬਿਲਕੁਲ ਹੀ ਬੰਦ ਹੋ ਜਾਵੇ ਉਹਦੇ ਚੱਕੜ ਜਾ ਇੰਝ ਕਰਕੇ ਅਕੜ ਜਾ, ਉਹਦੇ 'ਚ ਜਾ ਰਹੀ ਹੈ ਲੇਕਿਨ ਥੋੜ੍ਹੀ ਜਾ ਰਹੀ ਹੈ। ਕੁਛ ਉਮਰ ਦਾ ਵੀ ਤਕਾਜ਼ਾ ਹੈ ਅਤੇ ਕੁਛ ਹਾਲਾਤ ਹੋਣਗੇ, ਕੁਝ ਐਸੇ ਆਏ ਹੋ ਨਾ ਜਿਹਦੀ ਵਜ੍ਹਾ ਨਾਲ ਇਸ ਤਰ੍ਹਾਂ ਹੋ ਗਿਆ। ਫਿਰ 64 ਸਾਲ ਵਡੇਰੀ ਉਮਰ ਆ ਗਈ ਹੈ ਨਾ, ਅਤੇ ਉਮਰ ਦੇ ਲਿਹਾਜ਼ ਨਾਲ ਹੱਡੀਆਂ ਖੁਸ਼ਕ ਹੁੰਦੀਆਂ ਹੀ ਹੁੰਦੀਆਂ। ਉਹਨਾਂ ਦੇ ਵਿੱਚ ਤੁਸੀਂ ਪਾਏ ਲਿਆ ਕੇ ਅਗਰ ਕੱਟੋ ਤਾਂ ਉਹਦੇ ਵਿੱਚੋਂ ਵੇਖਿਆ ਹੋਣਾ ਲੇਸਦਾਰ ਮਾਦਾ ਨਿਕਲਦਾ ਹੈਗਾ, ਜਿਹੜਾ ਸਾਨੂੰ ਮੁਲਾਇਮਤ ਦਿੰਦਾ, ਗਰੀਸ ਦਾ ਕੰਮ ਕਰਦਾ ਹੋਵੇਗਾ। ਉਹ ਜਿਵੇਂ ਬੁਢਾਪਾ ਆਉਂਦਾ ਉਹ ਖੁਸ਼ਕ ਹੋ ਜਾਂਦਾ, ਹੱਡੀਆਂ ਦਾ ਵੈਸੇ ਵੀ ਖੁਸ਼ਕ ਹੋ ਪੈਂਦਾ। ਜੇ ਬੰਦੇ ਨੂੰ ਖੁਰਾਕ ਸਹੀ ਰਹੇ ਤਾਂ ਬੰਦਾ ਠੀਕ ਰਹਿੰਦਾ, ਨਹੀਂ ਤਾਂ ਸਾਡਾ ਜਿਸਮ ਵੀ ਸੁੱਕ ਪੈਂਦਾ ਹੈ, ਇਹਦੀਆਂ ਰਤੂਬਤਾਂ ਖਤਮ ਹੋ ਪੈਂਦੀਆਂ ਨੇ। ਉਹ ਹੁਣ ਹੱਡੀ ਜਿਹੜੀ ਹੈ ਨਾ, ਉਹ ਹੱਡੀ ਦੇ ਵਿੱਚ ਜਿਹੜਾ ਮਾਦਾ ਹੈ ਨਾ, ਉਹ ਖੁਸ਼ਕ ਹੋਇਆ ਅਤੇ ਹੱਡੀ ਆਪਸ ਵਿੱਚ ਘਿਸਦੀ ਹੈ। ਅਸੀਂ ਹਰਕਤ ਕਰਨੀ ਹੈ, ਸਾਡੇ ਮੋਹਰਿਆਂ ਨੇ ਹਰਕਤ ਕਰਨੀ ਹੈ, ਸਾਡੀਆਂ ਉਂਗਲਾਂ ਹਰਕਤ ਕਰਦੀਆਂ ਨੇ, ਅਤੇ ਇਸ ਤਰ੍ਹਾਂ ਹੀ ਸਾਡਾ ਜੋ ਵੀ ਕੰਮ ਕਰਨਾ, ਇੱਧਰ ਹੋਣਾ, ਉੱਠਣਾ, ਬੈਠਣਾ ਹੈ, ਮੋਹਰਿਆਂ ਨੇ ਸਾਰਾ ਕੰਮ ਕਰਨਾ ਹੈ। ਵਜ਼ਨ ਵੀ ਜਿਸਮ ਦਾ ਸਹਾਰਨਾ ਹੈ। ਹੁਣ ਜਦੋਂ ਹੱਡੀ ਨਾਲ ਹੱਡੀ ਘਸੀ, ਉਹ ਝਿੱਲੀ ਜਿਹੜੀ ਉਹਦੇ ਨਾਲ ਹੈਗੀ, ਉਹ ਝਿੱਲੀ ਨੂੰ ਵਿਚਾਰੀ ਨੂੰ ਨੁਕਸਾਨ ਪਹੁੰਚਣਾ ਹੈ, ਫਿਰ ਉੱਥੇ ਦਰਦ ਹੋਣੀ। ਅਤੇ ਫਿਰ ਉਹਨੇ ਕਹਿਣਾ ਜੀ, ਉਹਨਾਂ ਨੇ ਕਹਿਣਾ ਜੀ ਇੱਥੇ ਤਾਂ ਹੱਡੀ ਵੱਧ ਗਈ। ਉਹ ਤਾਂ ਹੁਣ ਉਹ ਤਾਂ ਖੁਸ਼ਕੀ ਆ ਕੇ ਅਤੇ ਹੱਡੀ ਜਿਹੜੀ ਉਹਦੇ ਅਸਲ ਖਿੱਚੇ ਹੀ ਜਾ ਰਹੇ ਨੇਗੇ। ਉਹਦੇ ਵਾਇਆ ਜਿਹੜਾ ਨੇ ਇਸ ਤਰ੍ਹਾਂ ਘਟਦਾ ਪਿਆ ਕਿ ਖਿੱਚੇ ਜਾ ਰਹੇ। ਉਹਨਾਂ ਕਹਿਣਾ ਵਾਇਆ ਘਟ ਗਿਆ ਜਾ, ਅਤੇ ਉਹ ਘਟਿਆ ਕਿਉਂ ਹੈ? ਉਹ ਜੇ ਤਣਾਅ ਹੋਣ ਨਾ, ਸਮਝ ਗਏ ਨਾ ਜੀ। ਵਜ੍ਹਾ ਕੁਝ ਅਤੇ ਉਹਦੇ ਦੂਸਰੇ ਪਾਸੇ ਉਹ ਜਦੋਂ ਬਾਹਰ ਨਿਕਲੀ, ਖਿੱਚ ਕੇ ਬਾਹਰ ਨਿਕਲੀ ਤਾਂ ਉਹਨਾਂ ਨੂੰ ਕਹਿਣਾ ਵੱਡੀ ਹੋਈ ਹੈ। ਅੱਜ ਕੱਲ੍ਹ ਦੇ ਬੜੇ ਪੈਮਾਨੇ ਆ ਗਏ ਨੇ, ਨਾਪਣ ਦਾ ਵੀ ਇਸ ਤਰ੍ਹਾਂ ਵੀ, ਉਸ ਤਰ੍ਹਾਂ ਹੀ ਵੇਖਿਆ ਜਾਵੇ, ਲੇਕਿਨ ਉਹ ਜ਼ਾਹਰੀ ਤੌਰ 'ਤੇ ਉਹਨਾਂ ਨੂੰ ਉਸ ਤਰ੍ਹਾਂ ਕਹਿ ਦਿੰਦੇ, ਬੜੀ ਬਰੀਕੀ ਨਾਲ ਵੀ ਵੇਖਦੇ ਨੇ, ਲੇਕਿਨ ਉਹਦੀ ਅਸਲ ਤੁਸੀਂ ਉੱਥੇ ਗਜ਼ਾਈਅਤ ਪਹੁੰਚਾ ਦਿਓ, ਠੀਕ ਹੋ ਪੈਣਾ। ਕੁਛ ਨਹੀਂ, ਵਕਤੀ ਤੌਰ 'ਤੇ ਬਹੁਤਾ ਹੀ ਅਕੜਾ ਹੋ ਅਤੇ ਉੱਥੇ ਗਰਮ ਪਾਣੀ ਦੀ ਬੋਤਲ ਖਾ ਦਿਓ, ਗਰਮ ਕਰ ਦਿਓ ਕਿਸੇ ਤਰ੍ਹਾਂ। ਜਿਵੇਂ ਗਰਮ ਹੋਇਆ ਜਰਸੀ ਪਾ ਦੇ, ਬਟਨ ਖੁੱਲ੍ਹੇ ਰੱਖ ਲਏ ਪਿੱਛੇ ਕਮਰ 'ਤੇ, ਗਰਮੀ ਆਏ। ਬੋਤਲਾਂ ਵੀ ਨਿਕਲੀਆਂ ਅੱਜ ਕੱਲ੍ਹ, ਤੁਹਾਡੀਆਂ ਮਸ਼ੀਨਾਂ ਨਿਕਲੀਆਂ ਗਰਮ ਕਰਨ ਵਾਲੀਆਂ। ਉਹ ਮਸ਼ੀਨ ਨਾਲੋਂ ਗਰਮ ਪਾਣੀ ਦੀ ਬੋਤਲ ਠੀਕ ਰਹੇਗੀ, ਕਿਉਂਕਿ ਨਮੀ ਨਾਲ ਤੁਸੀਂ ਉਹਨੂੰ ਗਰਮ ਕਰ ਦੇ ਜੀ। ਅਗਰ ਖੁਸ਼ਕੀ ਨਾ ਕਰੋਗੇ ਤਾਂ ਹੋਰ ਖੁਸ਼ਕੀ ਵਾਕਿਆ ਹੋਏਗੀ। ਤੁਸੀਂ ਬੋਤਲ ਗਰਮ ਪਾਣੀ ਦੀ ਬੋਤਲ ਨਾ ਕਰਦੇ ਪੈ ਜੇ ਨਾ, ਉੱਥੇ ਉਹ ਖੁਸ਼ਕੀ ਤਾਂ ਆਏਗੀ, ਲੇਕਿਨ ਇੰਨੀ ਖੁਸ਼ਕੀ ਨਹੀਂ ਆਏਗੀ ਜਿਹੜੀ ਲੋਹਾ ਜਲਾ ਕੇ ਜਾਂ ਖੁਸ਼ਕ ਚੀਜ਼ ਨੂੰ ਤੁਸੀਂ ਲਾ ਦਿਓ ਤੇ ਜਲਾ ਕੇ ਰੱਖ ਦਿਓ। ਇੱਕ ਪਾਣੀ ਨਾਲ ਸੜ ਜਾਣਾ, ਇੱਕ ਲੋਹਾ ਲੱਗ ਕੇ ਸੜ ਜਾਣਾ, ਉਹਦਾ ਤੁਹਾਨੂੰ ਫ਼ਰਕ ਦਾ ਪਤਾ ਹੋਏਗਾ। ਸਮਝਣਾ, ਖੁਸ਼ਕ ਚੀਜ਼ ਨਾਲ ਸੜਨਾ ਹੋਰ ਤਰ੍ਹਾਂ,
ਅੱਗ ਨਾਲ ਸਰਨਾ ਹੋਰ ਤਰ੍ਹਾਂ ਜੇ ਪਾਣੀ ਦਾ ਪਾਣੀ ਵੀ ਤੇ ਗਰਮ ਹੈ ਨਾ ਉਹਨੇ ਵੀ ਜਲਾ ਕੇ ਰੱਖ ਦੇਣਾ, ਉਹਦਾ ਸਰਨਾ ਵੱਖਰਾ ਵੱਖਰਾ ਹੈ। ਇਸ ਤਰ੍ਹਾਂ ਬਿਜਲੀ ਦੇ ਕਰੰਟ ਨਾਲ ਸੜ ਜਾਣਾ, ਅੱਗ ਨਾਲ ਸੜ ਜਾਣਾ ਵੱਖਰਾ ਹੈ। ਬਿਜਲੀ ਦੇ ਕਰੰਟ ਨਾਲ ਜਿਹੜਾ ਸੜਨਾ ਹੈ ਉਹਨੇ ਅਸਾਬ ਨੂੰ ਮੁਤਾਸਰ ਕਰਨਾ, ਜਿਹੜਾ ਅੱਗ ਨਾਲ ਸੜਨਾ ਉਹਨੇ ਅਜ਼ਲਾਤ ਨੂੰ ਮੁਤਾਸਰ ਕਰਨਾ। ਇਹ ਵੀ ਅਸਰ ਹੈ, ਹਾਲਾਂਕਿ ਤੇ ਹੈ ਹੀ ਅਸਾਬ ਨੇ, ਉਹਦਾ ਅਸਰ ਜਿਹੜਾ ਜ਼ਿਆਦਾ ਅਜ਼ਲਾਤ ਨੂੰ ਮੁਤਾਸਰ ਕਰਦਾ। ਤੇ ਅਸੀਂ ਉਹਨੂੰ ਗਿਜ਼ਾ ਵੀ ਕਿਹੜੀ ਦਿੱਤੀ ਸੀ? ਟਿਊਬਲ ਹੀ ਦਿੱਤੀ, ਹਾਂ। 4 ਮਗਜ਼ਾ ਦਿੱਤਾ ਹਾਂਜੀ, ਤੇ 4 ਮਗਜ਼ਾ ਨਕਾਬੂਰਾਮ ਸਬਜ਼ੀ ਕੋਲ ਕੱਦੂ ਟਿੰਡੇ ਥੋੜੀ ਇਹ ਚੀਜ਼ਾਂ ਦਿੱਤੀਆਂ। ਅਸੀਂ ਉਹਨੂੰ ਗੁੱਦੀ ਸਾਬੀ ਤੇ ਅਸਾਬੀ ਗੁੱਦੀ ਚੀਜ਼ਾਂ ਦਿੱਤੀਆਂ ਨੇ, ਉਹਦੇ 'ਚ ਕੂਵਤ ਠੀਕ ਸੀਗੀ। ਅਸੀਂ ਉਹਨੂੰ ਇਹ ਰਤੂਬਤਾਂ ਪੈਦਾ ਕਰਨ ਲਈ ਜ਼ਿਆਦਾ ਦੇਤੀਆਂ, ਥੋੜ੍ਹੀ ਹਰਾਰਤ ਵੀ ਕਾਇਮ ਰੱਖੀ। ਫਿਰ ਉਹਨੂੰ ਨਾਲ ਕੱਪੜਿਆਂ ਦੀ ਤਲਕੀਨ ਕੀਤੀ ਹੋਏਗੀ। ਹਾਂਜੀ, ਕੱਪੜੇ ਗਰਮ, ਲਸਣ ਅਦਰਕ ਹਲਦੀ ਜ਼ਿਆਦਾ ਪਾਈ।